ਹੈਲੋ ਐਵਰੀਵਨ। ਅੱਜ ਆਪਾਂ ਕਰਾਂਗੇ ਪਾਠ 13 ਫੁਲਕਾਰੀ ਕਲਾ। ਮਾਂ ਜੀ, ਮੈਨੂੰ ਵੀ ਇੱਕ ਫੁਲਕਾਰੀ ਦੇ ਦਿਓ। ਸ਼ਹਿਰ ਵਿੱਚ ਕਈ ਕੁੜੀਆਂ ਫੁਲਕਾਰੀ ਦੀਆਂ ਕਮੀਜ਼ਾਂ ਪਾਈ ਫਿਰਦੀਆਂ ਨੇ। ਸਾਡੀ ਅਧਿਆਪਿਕਾ ਤੇ ਘਰ ਦਾ ਪਰਦਾ ਵੀ ਫੁਲਕਾਰੀਆਂ 'ਤੇ ਲੱਗੇ ਹੋਏ ਹਨ। ਉਹ ਬਹੁਤ ਹੀ ਸੋਹਣੇ ਲੱਗਦੇ ਨੇ। ਹਰਮੀਤ ਨੇ ਆਪਣੀ ਮਾਂ ਨੂੰ ਕਿਹਾ। ਲੈ ਰਹਿਣ ਦੇ, ਹੁਣ ਕਿੱਥੇ ਮੁੜ ਕੇ ਪੁਰਾਣਾ ਰਿਵਾਜ ਆ ਗਿਆ। ਹੁਣ ਤਾਂ ਫੁਲਕਾਰੀਆਂ ਉਹੀ ਮਨੋਂ ਵਿਸਾਰ ਦਿੱਤੀਆਂ ਨੇ ਲੋਕਾਂ ਨੇ। ਮਾਂ ਜੀ ਬੋਲੇ। ਨਹੀਂ ਨਹੀਂ ਮਾਂ ਜੀ, ਹੁਣ ਤਾਂ ਫੁਲਕਾਰੀ ਦੀ ਬਹੁਤ ਕਦਰ ਹੋ ਗਈ ਹੈ। ਬਾਹਰਲੇ ਦੇਸ਼ਾਂ ਵਿੱਚ ਵੀ ਇਹਨਾਂ ਦੀ ਬੜੀ ਮੰਗ ਹੋ ਗਈ ਹੈ। ਲਿਆਓ, ਤੁਸੀਂ ਵੀ ਜੇ ਕੋਈ ਵੇਚਣੀ ਹੈ। ਨਾ ਭਾਈ, ਮੈਂ ਨਹੀਂ ਵੇਚਣੀ। ਫੁਲਕਾਰੀ ਵੀ ਕਦੀ ਵੇਚੀ ਦੀ ਹੈ? ਇਹ ਤਾਂ ਮੈਂ ਤੇਰੇ ਵਿਆਹ ਵਿੱਚ ਦੇਵਾਂਗੀ। ਮੇਰੇ ਕੋਲ ਸੁੱਖੀ ਸਾਂਦੀ ਬਥੇਰੀਆਂ ਫੁਲਕਾਰੀਆਂ ਨੇ। ਨਾਲੇ ਫੁਲਕਾਰੀ ਤਾਂ ਸ਼ਗਨ ਦੀ ਚੀਜ਼ ਹੁੰਦੀ ਹੈ, ਫਿਰ ਸ਼ਗਨਾਂ ਦੀ ਚੀਜ਼ ਨਹੀਂ ਵੇਚੀ ਦੀ ਹੁੰਦੀ। ਇੰਜ ਜੇ ਤੇਰਾ ਜੀਅ ਕਰਦੇ ਤਾਂ ਲੈ ਜਾਵੀਂ ਇੱਕ ਟੂਲ ਦੀ ਫੁਲਕਾਰੀ ਕਮੀਜ਼ ਬਣਾਉਣ ਵਾਸਤੇ, ਮਾਂ ਜੀ ਨੇ ਕਿਹਾ। ਮੈਨੂੰ ਦਿਖਾ ਦਿਓ ਸਾਰੀਆਂ ਫੁਲਕਾਰੀਆਂ। ਮੈਨੂੰ ਜਿਹੜੀ ਸੋਹਣੀ ਲੱਗੀ ਲੈ ਲਵਾਂਗੀ, ਹਰਮੀਤ ਨੇ ਮਾਂ ਨੂੰ ਕਿਹਾ। ਮਾਂ ਜੀ ਸੰਦੂਕ ਵਿੱਚੋਂ ਫੁਲਕਾਰੀ ਕੱਢਣ ਅੰਦਰ ਸਵਾਤ ਵੱਲ ਚਲ ਗਏ। ਹਰਮੀਤ ਵੀ ਨਾਲ ਹੀ ਔਰ ਤੁਰ ਪਈ। ਮਾਂ ਜੀ ਨੇ ਸੰਦੂਕ ਖੋਲ੍ਹਿਆ। ਉਸ ਵਿੱਚ ਬਹੁਤ ਸਾਰੇ ਬਾਗ ਅਤੇ ਫੁਲਕਾਰੀਆਂ ਪਏ ਸਨ। ਹਰਮੀਤ ਨੇ ਹੈਰਾਨ ਜਿਹੇ ਹੁੰਦਿਆਂ ਪੁੱਛਿਆ, ਮਾਂ ਜੀ, ਇਹ ਸਾਰੀ ਤੁਸੀਂ ਹੀ ਕੱਢੀਆਂ ਨੇ? ਹਾਂ ਧੀਏ, ਮੈਂ ਹੀ ਕੱਢੀਆਂ ਨੇ। ਕੁਝ ਤੇਰੀ ਨਾਨੀ ਦੇ ਹੱਥਾਂ ਦੀਆਂ ਨੇ। ਉਹ ਮੈਂ ਅੱਜ ਤੱਕ ਸਾਂਭ ਕੇ ਰੱਖੀਆਂ ਨੇ। ਕਹਿੰਦੇ ਕਹਿੰਦੇ ਮਾਂ ਜੀ ਸੰਦੂਕ ਵਿੱਚੋਂ ਫੁਲਕਾਰੀਆਂ ਕੱਢਣ ਲੱਗੇ। ਫੁਲਕਾਰੀਆਂ ਕੱਢ ਕੇ ਉਹ ਬੈਠਕ ਵਿੱਚ ਲੈ ਗਏ। ਫਿਰ ਉਹ ਇਕਲੀ ਇਕਲੀ ਫੁਲਕਾਰੀ ਬਾਰੇ ਹਰਮੀਤ ਨੂੰ ਦੱਸਣ ਲੱਗੇ। ਹਰਮੀਤ ਨੂੰ ਇਹ ਸਾਰਾ ਕੁਝ ਦੇਖ ਕੇ ਬੜਾ ਹੀ ਅਚੰਭਾ ਲੱਗਿਆ। ਉਹ ਬੜੇ ਧਿਆਨ ਨਾਲ ਆਪਣੀ ਮਾਂ ਦੀਆਂ ਗੱਲਾਂ ਸੁਣ ਵੀ ਰਹੀ ਸੀ ਤੇ ਵਿੱਚ ਵਿੱਚ ਮਾਂ ਤੋਂ ਕੁਝ ਸਵਾਲ ਵੀ ਪੁੱਛੀ ਜਾਂਦੀ ਸੀ। ਮਾਂ ਜੀ ਨੇ ਦੱਸਣਾ ਸ਼ੁਰੂ ਕੀਤਾ। ਦੇਖ, ਸਭ ਤੋਂ ਪਹਿਲਾਂ ਤੈਨੂੰ ਮੈਂ ਬਾਗ ਦਿਖਾਉਂਦੀ ਹਾਂ। ਇਸ ਦੀ ਕਢਾਈ ਇੰਨੀ ਸੰਘਣੀ ਹੈ ਕਿ ਕੱਪੜਾ ਤਾਂ ਕਿਧਰੇ ਦਿਸਦਾ ਹੀ ਨਹੀਂ। ਆਮ ਫੁਲਕਾਰੀਆਂ ਵਿੱਚ ਇੰਨੀ ਸੰਘਣੀ ਕਢਾਈ ਨਹੀਂ ਹੁੰਦੀ। ਇਹ ਤਾਂ ਬਹੁਤ ਹੀ ਸੋਹਣਾ ਹੈ, ਸੱਚਮੁੱਚ ਹੀ ਬਾਗ ਵਾਂਗ। ਇੰਨੀ ਸੰਘਣੀ ਕਢਾਈ ਤਾਂ ਮੈਂ ਕਦੇ ਵੇਖੀ ਹੀ ਨਹੀਂ। ਫਿਰ ਹਰਮੀਤ ਨੇ ਇੱਕ ਹੋਰ ਫੁਲਕਾਰੀ ਚੁੱਕ ਕੇ ਮਾਂ ਜੀ ਤੋਂ ਪੁੱਛਿਆ, ਇਹ ਦੇਖੋ ਮਾਂ ਜੀ, ਇਹ ਫੁਲਕਾਰੀ ਨੂੰ ਕੀ ਕਹਿੰਦੇ ਨੇ? ਆ ਜਿਹਦੇ ਉੱਪਰ ਤ੍ਰਿਕੋਣੀ ਸ਼ਕਲ ਵਿੱਚ ਕਢਾਈ ਕੀਤੀ ਹੈ ਤੇ ਬਾਕੀ ਸਾਰੀ ਖਾਲੀ ਛੱਡੀ ਹੋਈ ਹੈ। ਇਹ ਘੁੰਗਟ ਬਾਗ ਹੈ। ਇਸ ਦੇ ਸਿਰ ਅਤੇ ਮੋਢਿਆਂ ਉੱਤੇ ਆਉਣ ਵਾਲੇ ਹਿੱਸੇ ਵਿੱਚ ਹੀ ਕਢਾਈ ਕੀਤੀ ਹੁੰਦੀ ਹੈ। ਇਹ ਚੋਪ ਹੈ। ਇਹ ਵਿਆਹ ਦੀ ਫੁਲਕਾਰੀ ਹੈ। ਪਹਿਲਾ ਚੂੜਾ ਚੜਾਉਣ ਵੇਲੇ ਇਹ ਕੁੜੀ ਉੱਤੇ ਦਿੱਤੀ ਜਾਂਦੀ ਸੀ। ਇਹ ਦੂਜੀਆਂ ਸਾਧਾਰਨ ਫੁਲਕਾਰੀਆਂ ਨਾਲੋਂ ਵੱਡੀ ਹੁੰਦੀ ਹੈ। ਇਸ ਦੀ ਕਢਾਈ ਖਾਸ ਗੁੰਝਲਦਾਰ ਤੋਪੇ ਨਾਲ ਕੀਤੀ ਹੁੰਦੀ ਹੈ। ਕਢਾਈ ਦਾ ਤੋਪਾ ਬਹੁਤ ਬਰੀਕ ਹੁੰਦਾ ਹੈ। ਇਹ ਕੁੜੀਆਂ ਦੇ ਦਾਜ ਦੀ ਖਾਸ ਚੀਜ਼ ਹੁੰਦੀ ਸੀ। ਇਸ ਵਾਂਗ ਸੁਭਰ ਵੀ ਸ਼ਗਨਾਂ ਦਾ ਕੱਪੜਾ ਹੁੰਦਾ ਸੀ। ਇਹਨੂੰ ਲਾਵਾਂ ਫੇਰਿਆਂ ਦੇ ਮੌਕੇ ਉੱਤੇ ਦਿੱਤਾ ਜਾਂਦਾ ਸੀ। ਵੇਖ, ਇਹਦੇ ਵਿੱਚ ਕੰਨਿਆ ਦੇ ਨਾਲ ਨਾਲ ਕਢਾਈ ਕੀਤੀ ਹੋਈ ਹੈ। ਇਸ ਦੇ ਵਿਚਕਾਰ ਸਿਰਫ 5 ਫੁੱਲ ਹੀ ਕੱਢੇ ਹੋਏ ਹਨ। ਬਾਕੀ ਦਾ ਹਿੱਸਾ ਸਾਫ਼ ਹੈ, ਮਾਂ ਜੀ ਨੇ ਮੈਨੂੰ ਜਾਣਕਾਰੀ ਦਿੰਦਿਆਂ ਕਿਹਾ। ਮਾਂ ਜੀ, ਉਹ ਵੀ ਚੋਪ ਸੀ ਜਿਹੜਾ ਉਦੋਂ ਭੈਣ ਜੀ ਦੇ ਵਿਆਹ 'ਤੇ ਡੋਲੀ ਤੋਰਨ ਸਮੇਂ ਉਹਨਾਂ ਉੱਪਰ ਤਾਣਿਆ ਹੋਇਆ ਸੀ? ਹਰਮੀਤ ਨੇ ਉਤਸੁਕਤਾ ਨਾਲ ਪੁੱਛਿਆ। ਨਾ ਨਾ, ਉਹ ਤਾਂ ਤਿਲ ਪਤੰਗ ਸੀ। ਉਹਦੀ ਤਾਂ ਸਿੱਧੀ ਜਿਹੀ ਕਢਾਈ ਸੀ ਤੇ ਕਢਾਈ ਕੀਤੀ ਵੀ ਸਿਰਫ ਕੰਨਿਆਂ 'ਤੇ ਹੀ ਸੀ। ਵਿਚਾਲੇ ਤਾਂ ਬਿਰਲੀ ਬਿਰਲੀ ਕਢਾਈ ਹੀ ਕੀਤੀ ਹੋਈ ਸੀ। ਫਿਰ ਇੱਕ ਹੋਰ ਫੁਲਕਾਰੀ ਦਿਖਾਉਂਦੇ ਹੋਏ ਮਾਂ ਜੀ ਬੋਲੇ, ਇਹ ਦੇਖ, ਇਹ ਨੀਲਕ ਹੈ। ਇਹਦੀ ਕਢਾਈ ਤਾਂ ਸਾਦੀ ਹੈ, ਪਰ ਇਸ ਦਾ ਰੰਗ ਨੀਲਾ ਹੋਣ ਕਰਕੇ ਹੀ ਇਸ ਨੂੰ ਨੀਲਕ ਕਹਿੰਦੇ ਹਨ। ਮਾਂ ਜੀ, ਤੁਹਾਡੇ ਕੋਲ ਤਾਂ ਬਹੁਤ ਕਿਸਮ ਦੀਆਂ ਫੁਲਕਾਰੀਆਂ ਨੇ। ਭਲਾ ਇਹਨਾਂ ਦੀ ਕੋਈ ਹੋਰ ਕਿਸਮ ਵੀ ਹੁੰਦੀ ਹੈ? ਇੱਕ ਹੋਰ ਫੁਲਕਾਰੀ ਵੀ ਹੁੰਦੀ ਹੈ ਜਿਹਦੇ ਉੱਪਰ ਛੋਟੇ ਛੋਟੇ ਸ਼ੀਸ਼ਿਆਂ ਦੇ ਟੁਕੜੇ ਜੜੇ ਹੁੰਦੇ ਹਨ। ਉਹਨੂੰ
ਛਮਾਸ ਕਹਿੰਦੇ ਹਨ। ਉਹ ਬਹੁਤ ਸੋਹਣੀ ਲੱਗਦੀ ਹੈ। ਤੇਰੀ ਮਾਸੀ ਕੋਲ ਹੈ। ਇੱਕ ਛਮਾਸ, ਜਦੋਂ ਕਦੇ ਉੱਥੇ ਗਈ ਤਾਂ ਵੇਖ ਆਵੀਂ। ਮਾਂ ਜੀ, ਇੰਨੀ ਕਢਾਈ ਹੱਥਾਂ ਨਾਲ ਕੀਤੀ ਹੈ ਜਾਂ ਮਸ਼ੀਨਾਂ ਨਾਲ? ਮਸ਼ੀਨਾਂ ਉਦੋਂ ਡੁੱਬਣੀਆਂ ਕਿੱਥੋਂ ਹੁੰਦੀਆਂ ਸਨ। ਇਹ ਮਸ਼ੀਨਾਂ ਦਾ ਤਾਂ ਹੁਣੇ ਚੱਲਿਆ ਰਿਵਾਜ। ਤਾਂ ਹੀ ਤਾਂ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਕਸੀਦਾ ਕੱਢਣਾ ਭੁੱਲ ਗਏ। ਕੜੀਆਂ ਕਢਾਈਆਂ ਜੋ ਮਿਲ ਜਾਂਦੇ ਸਭ ਕੁਝ। ਮਾਂ ਜੀ ਨੇ ਕਸੀਦੇ ਤੇ ਕੱਟ ਰਹੇ ਸ਼ੌਕ ਤੇ ਔਖਿਆ ਹੁੰਦਿਆਂ ਕਿਹਾ। ਫੇਰ ਥੋੜ੍ਹਾ ਜਿਹਾ ਰੁਕ ਕੇ ਕਹਿਣ ਲੱਗੇ, ਫੁਲਕਾਰੀਆਂ ਦੀ ਕਢਾਈ ਤਾਂ ਸਾਡੇ ਵੇਲੇ ਹੁੰਦੀ ਸੀ। ਅਸੀਂ ਸ਼ਹਿਰੋਂ ਕਈ ਰੰਗਾਂ ਦੇ ਪੱਟ ਮੰਗਵਾ ਲੈਂਦੀਆਂ, ਫਿਰ ਘਰ ਦੇ ਬੁਣੇ ਖੱਦਰ ਨੂੰ ਮੂੰਹਾਂ ਰੰਗ ਕੇ ਕਢਾਈ ਕਰਦੀਆਂ। ਕਢਾਈ ਦਾ ਚਾਅ ਇੰਨਾ ਹੁੰਦਾ ਸੀ ਕਿ ਤੜਕੇ ਨੇਰੇ ਹੀ ਉੱਠ ਕੇ ਰੋਟੀ ਟੁੱਕ ਤੇ ਗੋਹੇ ਕੂੜੇ ਦਾ ਕੰਮ ਮੁਕਾ ਛੱਡਣਾ। ਫਿਰ ਕੁੜੀਆਂ ਨੇ ਇਕੱਠੀਆਂ ਹੋ ਕੇ ਬਹਿ ਜਾਣਾ ਕਢਾਈ ਕਰਨ। ਤੇਰੀ ਨਾਨੀ ਦਾ ਹੱਥ ਤਾਂ ਇੰਨਾ ਸਾਫ਼ ਸੀ ਕਿ ਉਸ ਦੇ ਕੱਢੇ ਵਾਂਗ ਦੇ ਫੁਲਕਾਰੀਆਂ ਦੀਆਂ ਘਰ ਘਰ ਗੱਲਾਂ ਹੁੰਦੀਆਂ ਸਨ। ਉਹ ਆਪ ਹੀ ਨਵੇਂ ਨਵੇਂ ਨਮੂਨੇ ਕੱਢ ਲੈਂਦੀ ਸੀ। ਅਜੇ ਮਾਂ ਜੀ ਨੇ ਗੱਲ ਮੁਕਾਈ ਨਹੀਂ ਸੀ ਕਿ ਹਰਮੀਤ ਵਿੱਚੋਂ ਹੀ ਬੋਲ ਪਈ, ਮਾਂ ਜੀ, ਪਰ ਇੱਕ ਗੱਲ ਤਾਂ ਦੱਸੋ ਕਿ ਖੱਦਰ ਉੱਤੇ ਇੰਨੀ ਸੋਹਣੀ ਸਫਾਈ ਕਿਵੇਂ ਕਰ ਲੈਂਦੇ ਹੋ ਤੁਸੀਂ? ਮੇਕੋ ਤਾਂ ਦਸੂਤੀ ਉੱਤੇ ਵੀ ਕਈ ਵਾਰ ਠੀਕ ਫੁੱਲ ਨਹੀਂ ਪੈਂਦੇ। ਬਸ ਤੱਕ ਨਾਲ ਹੀ ਹੌਲੀ ਹੌਲੀ ਹੱਥ 'ਚ ਸਫਾਈ ਆ ਜਾਂਦੀ ਹੈ। ਫੇਰ ਤਾਂ ਅਸੀਂ ਗੱਲਾਂ ਵੀ ਕਰੀ ਜਾਂਦੀਆਂ। ਮਜਾਲ ਹੈ ਕਿਤੇ ਤੋਪਾ ਵੀ ਇੱਧਰ ਉੱਧਰ ਹੋ ਜਾਵੇ ਨਾ। ਤੈਨੂੰ ਇੱਕ ਹੋਰ ਗੱਲ ਦੱਸਾਂ, ਫੁਲਕਾਰੀ ਦੀ ਕਢਾਈ ਵੀ ਪੁੱਠੇ ਪਾਸੇ ਤੋਂ ਕੀਤੀ ਜਾਂਦੀ ਹੈ, ਮਾਂ ਜੀ ਨੇ ਦੱਸਿਆ। ਪੁੱਠੇ ਪਾਸੇ ਤੋਂ? ਉਹ ਕਿਵੇਂ ਮਾਂ ਜੀ? ਹਰਮੀਤ ਨੇ ਹੈਰਾਨ ਹੁੰਦਿਆਂ ਪੁੱਛਿਆ। ਇਹ ਕਦੇ ਫਿਰ ਦੱਸਾਂਗੀ, ਆਪੇ ਹੌਲੀ ਹੌਲੀ ਸਿੱਖ ਜਾਏਂਗੀ ਜੇ ਇੰਨਾ ਹੀ ਸ਼ੌਕ ਹੈ ਤਾਂ। ਹਾਂ ਮਾਂ ਜੀ, ਮੈਂ ਜ਼ਰੂਰ ਸਿੱਖਾਂਗੀ, ਹਰਮੀਤ ਚਾਅ ਨਾਲ ਬੋਲੀ। ਤੇ ਫਿਰ ਮਾਂ ਜੀ ਫੁਲਕਾਰੀਆਂ ਦੀਆਂ ਤਰੀਆਂ ਮਾਰਨ ਲੱਗ ਪਏ। ਇੱਕ ਟੂਲ ਦੀ ਫੁਲਕਾਰੀ ਉਹਨਾਂ ਪਾਸੇ ਕੱਢ ਕੇ ਰੱਖ ਦਿੱਤੀ। ਲੈ, ਇਹ ਲੈ ਜਾਈਂ ਤੂੰ ਆਪਣੀ ਕਮੀਜ਼ ਬਣਾਉਣ ਵਾਸਤੇ, ਕਹਿੰਦੇ ਹੋਏ ਉਹ ਫੁਲਕਾਰੀਆਂ ਅੰਦਰ ਸੰਦੂਕ ਵਿੱਚ ਰੱਖਣ ਚਲੇ ਗਏ। ਔਖੇ ਸ਼ਬਦਾਂ ਦੇ ਅਰਥ। ਬਿਸਾਰ, ਪੁੱਲ, ਸਬਾਤ, ਛੱਤ ਦਾ ਰਸਤਾ ਜੋ ਦੋ ਕਮਰਿਆਂ ਨੂੰ ਮਿਲਾਏ। ਬੈਠਕ, ਉਹ ਕਮਰਾ ਜਿੱਥੇ ਮਹਿਮਾਨਾਂ ਨੂੰ ਬਿਠਾਇਆ ਜਾਵੇ। ਗੁੰਝਲਦਾਰ, ਔਖਾ। ਪੱਟ, ਰੇਸ਼ਮ, ਸੂਹਾ, ਲਾਲ। ਨਮੂਨੇ, ਕਿਸੇ ਬਣੀ ਹੋਈ ਚੀਜ਼ ਵਰਗੀ ਨਵੀਂ ਚੀਜ਼ ਬਣਾਉਣਾ। ਦਸੂਤੀ, ਉਹ ਕੱਪੜਾ ਜਿਸ ਵਿੱਚ ਦੋ ਧਾਗੇ ਇਕੱਠੇ ਪਾ ਕੇ ਕਢਾਈ ਕੀਤੀ ਜਾਵੇ। ਸੰਦੂਕ, ਲੱਕੜ ਦੀ ਬਣੀ ਹੋਈ ਪੇਟੀ। ਅਚੰਭਾ, ਹੈਰਾਨ ਕਰਨ ਵਾਲਾ। ਤੋਪਾ, ਟਾਂਕਾ। ਖੱਦਰ, ਮੋਟਾ ਸੂਤੀ ਕੱਪੜਾ। ਤੜਕੇ, ਸਵੇਰੇ, ਜਲਦੀ। ਕੁਝ ਹੋਰ ਯਾਦ ਰੱਖਣ ਜੋਗਾ ਗੱਲਾਂ। ਹਰ ਖੇਤਰ ਦੇ ਪਹਿਰਾਵੇ ਵੱਖ ਵੱਖ ਹੁੰਦੇ ਹਨ। ਫੁਲਕਾਰੀ ਪੰਜਾਬੀ ਸੱਭਿਆਚਾਰ ਵਿੱਚ ਸ਼ਗਨਾਂ ਦੀ ਚੀਜ਼ ਹੁੰਦੀ ਹੈ। ਮੁੰਡੇ ਦੇ ਵਿਆਹ ਸਮੇਂ ਘੋੜੀਆਂ ਗਾਈਆਂ ਜਾਂਦੀਆਂ ਹਨ ਅਤੇ ਕੁੜੀ ਦੇ ਵਿਆਹ ਸਮੇਂ ਸੁਹਾਗ। ਭੰਗੜਾ ਅਤੇ ਗਿੱਧਾ ਪੰਜਾਬੀਆਂ ਦੇ ਲੋਕ ਨਾਚ ਹਨ। ਪਾਠ ਅਭਿਆਸ, ਜਵਾਨੀ ਅਭਿਆਸ। ਨੰਬਰ 1, ਪੁਰਾਣੇ ਸਮਿਆਂ ਵਿੱਚ ਫੁਲਕਾਰੀ ਕਿਉਂ ਨਹੀਂ ਵੇਚੀ ਜਾਂਦੀ ਸੀ? ਕਿਉਂਕਿ ਇਸ ਨੂੰ ਸੁਹਾਗਾਂ ਦੀ ਚੀਜ਼ ਸਮਝਿਆ ਜਾਂਦਾ ਸੀ। ਜਿਸ ਫੁਲਕਾਰੀ ਵਿੱਚ ਕੱਪੜਾ ਨਾ ਦਿਸਦਾ ਹੋਵੇ ਉਸ ਨੂੰ ਕੀ ਕਹਿੰਦੇ ਹਨ? ਉਸ ਨੂੰ ਬਾਗ ਕਹਿੰਦੇ ਹਨ। ਛਮਾਸ ਵਿੱਚ ਕੀ ਲੱਗਾ ਹੁੰਦਾ ਹੈ? ਛਮਾਸ ਵਿੱਚ ਛੋਟੇ ਛੋਟੇ ਸ਼ੀਸ਼ੇ ਜੜੇ ਹੁੰਦੇ ਹਨ। ਇਸ ਲੇਖ ਵਿੱਚ ਕਿੰਨੇ ਕਿਸਮਾਂ ਦੀਆਂ ਫੁਲਕਾਰੀਆਂ ਆਈਆਂ ਹਨ? ਇਸ ਲੇਖ ਵਿੱਚ 6 ਕਿਸਮ ਦੀਆਂ ਫੁਲਕਾਰੀਆਂ ਆਈਆਂ ਹਨ। ਹੁਣ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। ਘੁੰਗਟ ਬਾਗ ਵਿੱਚ ਕਿਹੋ ਜਿਹੀ ਕਢਾਈ ਕੀਤੀ ਹੁੰਦੀ ਹੈ? ਘੁੰਗਟ ਬਾਗ ਵਿੱਚ
ਸਿਰ ਅਤੇ ਮੋਢਿਆਂ 'ਤੇ ਆਉਣ ਵਾਲੇ ਹਿੱਸੇ ਵਿੱਚ ਹੀ ਕਢਾਈ ਕੀਤੀ ਹੁੰਦੀ ਹੈ। ਤਿਲ ਪਤੰਗ ਵਿੱਚ ਕੀਤੀ ਜਾਂਦੀ ਕਢਾਈ ਬਾਰੇ ਲਿਖੋ। ਤਿਲ ਪਤੰਗ ਵਿੱਚ ਕੇਵਲ ਕੰਨਿਆਂ ਉੱਪਰ ਸਿੱਧੀ ਜਿਹੀ ਕਢਾਈ ਹੁੰਦੀ ਹੈ ਅਤੇ ਵਿਚਾਲੇ ਵਿਰਲੀ ਵਿਰਲੀ ਕਢਾਈ ਹੁੰਦੀ ਹੈ। ਕੁੜੀਆਂ ਫੁਲਕਾਰੀ ਦੀ ਕਢਾਈ ਕਿਵੇਂ ਕਰਦੀਆਂ ਸਨ? ਕੁੜੀਆਂ ਸ਼ਹਿਰੋਂ ਕਈ ਰੰਗਾਂ ਦੇ ਪੱਟ ਮੰਗਵਾ ਲੈਂਦੀਆਂ, ਫਿਰ ਘਰ ਦੇ ਬਣੇ ਖੱਦਰ ਨੂੰ ਮੂੰਹਾਂ ਸੂਹਾ ਰੰਗ ਕੇ ਕਢਾਈ ਕਰਦੀਆਂ ਅਤੇ ਕਢਾਈ ਕਰਨ ਦਾ ਚਾਅ ਇੰਨਾ ਸੀ ਕਿ ਉਹ ਜਲਦੀ ਉੱਠ ਕੇ ਘਰ ਦਾ ਸਾਰਾ ਕੰਮ ਜਲਦੀ ਮੁਕਾ ਕੇ ਇਕੱਠੀਆਂ ਹੋ ਕੇ ਕਢਾਈ ਕਰਦੀਆਂ ਸਨ। ਹੇਠ ਦਿੱਤੇ ਸ਼ਬਦਾਂ ਵਿੱਚੋਂ ਸ਼ੁੱਧ ਸ਼ਬਦ ਸਾਹਮਣੇ ਸਹੀ ਦਾ ਚਿੰਨ੍ਹ ਲਾਓ। ਕਢਾਈ, ਕਢਾਈ, ਕਢਾਈ। ਤੀਸਰਾ, ਕਢਾਈ। ਪਹਿਲਾ, ਗੁੰਝਲਦਾਰ। ਇੱਧਰ ਪਹਿਲਾ, ਸਾਧਾਰਨ। ਦੂਸਰਾ, ਸ਼ੀਸ਼ੀਆਂ। ਪਹਿਲਾ, ਫੁਲਕਾਰੀ। ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਸ਼ਗਨ। ਕੁੜੀਆਂ ਨੂੰ ਸ਼ਗਨ ਫੜਾ ਕੇ ਤੋਰਨ ਦਾ ਸਾਡੇ ਵਿੱਚ ਰਿਵਾਜ ਹੈ। ਸੁਭਰ। ਸੁਭਰ ਨੂੰ ਸ਼ਗਨਾਂ ਦਾ ਕੱਪੜਾ ਸਮਝਿਆ ਜਾਂਦਾ ਹੈ। ਰਿਵਾਜ। ਅੱਜ ਕੱਲ੍ਹ ਫੁਲਕਾਰੀ ਦਾ ਰਿਵਾਜ ਘੱਟ ਗਿਆ ਹੈ। ਨਮੂਨੇ। ਦੁਕਾਨਦਾਰ ਨੇ ਕੱਪੜੇ ਦੇ ਢੇਰ ਸਾਰੇ ਨਮੂਨੇ ਦਿਖਾਏ। ਸਫਾਈ। ਸਫਾਈ ਨਾਲ ਕੰਮ ਕਰਨ ਨਾਲ ਮੈਡਮ ਜੀ ਖੁਸ਼ ਹੁੰਦੇ ਹਨ। ਹੇਠ ਦਿੱਤੇ ਚਿੱਤਰ ਨੂੰ ਵੇਖ ਕੇ ਘੱਟੋ ਘੱਟ 5 ਸਤਰਾਂ ਲਿਖੋ। ਸਮਝ ਆਧਾਰਿਤ ਸਿਰਜਣਾਤਮਕ ਪਰਖ। 1. ਘਰ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਇਹ ਇੱਕ ਪਿੰਡ ਦਾ ਘਰ ਹੈ। 2. ਦੀਵਾਰਾਂ 'ਤੇ ਬਣੀ ਹੋਈ ਹੱਥ ਦੀ ਚਿੱਤਰਕਾਰੀ ਬਹੁਤ ਸੁੰਦਰ ਲੱਗ ਰਹੀ ਹੈ। 3. ਕੁੜੀਆਂ ਬਹਿ ਕੇ ਕਢਾਈ ਬੁਣਾਈ ਦਾ ਕੰਮ ਕਰ ਰਹੀਆਂ ਸਨ। 4. ਉਹਨਾਂ ਵਿੱਚ ਇੱਕ ਕੁੜੀ ਚਰਖੇ 'ਤੇ ਧਾਗਾ ਵੀ ਕੱਤ ਰਹੀ ਹੈ। 5. ਆਪਸ ਵਿੱਚ ਉਹਨਾਂ ਦੇ ਹੱਸੀ ਠਿਠੋਲਿਆਂ ਦਾ ਮਾਹੌਲ ਲੱਗਦਾ ਹੈ। ਸਮਝ ਆਧਾਰਿਤ ਸਿਰਜਣਾਤਮਕ ਪਰਖ। ਫੁਲਕਾਰੀ ਦੀਆਂ ਕਿਸਮਾਂ। ਬਾਗ, ਘੁੰਗਟ ਬਾਗ, ਚੋਪ, ਤਿਲ ਪਤੰਗ, ਨੀਲਕ, ਛਮਾਸ। ਲੇਖ। ਹੇਠਾਂ ਦਿੱਤੇ ਵੇਰਵੇ ਦੀ ਮਦਦ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਲੇਖ ਲਿਖੋ। ਸਿੱਖ ਧਰਮ ਦੇ ਮੋਢੀ। ਜਨਮ 1469 ਈਸਵੀ, ਰਾਏ ਭੋਏ ਦੀ ਤਲਵੰਡੀ। ਪਿਤਾ ਸ਼੍ਰੀ ਸਹਿਤਾ ਕਾਲੂ ਅਤੇ ਮਾਤਾ ਸ਼੍ਰੀਮਤੀ ਤ੍ਰਿਪਤਾ ਦੇਵੀ। ਭੈਣ ਬੇਬੇ ਨਾਨਕੀ। 5 ਸਾਲ ਦੀ ਉਮਰ ਵਿੱਚ ਪਾਂਧੇ ਕੋਲ ਪੜ੍ਹਨ ਗਏ। ਪਾਂਧੇ ਨੂੰ ਹੈਰਾਨ ਕੀਤਾ। ਪਿਤਾ ਜੀ ਨੇ ਸੱਚਾ ਸੌਦਾ ਕਰਨ ਭੇਜਿਆ। ਵਿਆਹ ਬੀਬੀ ਸੁਲੱਖਣੀ ਜੀ ਨਾਲ। 2 ਪੁੱਤਰ, ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖਮੀ ਦਾਸ। ਭੈਣ ਬੇਬੇ ਨਾਨਕੀ ਪਾਸ ਜਾਣਾ। ਸੁਲਤਾਨਪੁਰ ਲੋਧੀ ਦੇ ਨਵਾਬ ਦੇ ਮੋਦੀਖਾਨੇ ਵਿੱਚ ਨੌਕਰੀ। ਗਰੀਬਾਂ, ਸਾਧੂਆਂ ਸੰਤਾਂ ਅਤੇ ਲੋੜਵੰਦਾਂ ਦੀ ਮਦਦ। ਨੌਕਰੀ ਛੱਡ ਕੇ 4 ਦਿਸ਼ਾਵਾਂ ਦੀ ਯਾਤਰਾ। ਮਨੁੱਖਤਾ ਨੂੰ ਸਾਦਾ ਜੀਵਨ ਜਿਉਣ। 10 ਨਹੁੰਆਂ ਦੀ ਕਿਰਤ ਕਰਨਾ। ਪਰਾਇਆ ਹੱਕ ਨਾ ਮਾਰਨ ਦੇ ਉਪਦੇਸ਼। ਇਸਤਰੀ ਜਾਤੀ ਦਾ ਸਨਮਾਨ ਕਰਨ ਦਾ ਉਪਦੇਸ਼। 70 ਸਾਲ ਦੀ ਉਮਰ ਵਿੱਚ 1539 ਈਸਵੀ ਵਿੱਚ ਜੋਤੀ ਜੋਤ ਸਮਾਏ। ਗੁਰੂ ਨਾਨਕ ਦੇਵ ਜੀ। ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਸਨ। ਉਹ ਸਿੱਖ ਧਰਮ ਦੇ ਮੋਢੀ ਸਨ। ਉਹਨਾਂ ਦਾ ਜਨਮ 1469 ਈਸਵੀ ਨੂੰ ਰਾਏ ਭੋਏ ਦੀ ਤਲਵੰਡੀ, ਅੱਜ ਕੱਲ੍ਹ ਸ੍ਰੀ ਨਨਕਾਣਾ ਸਾਹਿਬ ਵਿਖੇ ਹੋਇਆ। ਗੁਰੂ ਨਾਨਕ ਦੇਵ ਜੀ ਦੇ ਮਾਤਾ ਦਾ ਨਾਮ ਤ੍ਰਿਪਤਾ ਦੇਵੀ ਸੀ ਅਤੇ ਪਿਤਾ ਸਹਿਤਾ ਕਾਲੂ ਪਿੰਡ ਦੇ ਪਟਵਾਰੀ ਸਨ। ਉਹਨਾਂ ਦੇ ਵੱਡੇ ਭੈਣ ਬੇਬੇ ਨਾਨਕੀ ਜੀ ਸਨ। 5 ਸਾਲ ਦੀ ਉਮਰ ਵਿੱਚ ਪੜ੍ਹਾਈ ਕਰਨ ਲਈ ਪਾਂਧੇ ਕੋਲ ਗਏ ਅਤੇ ਪਾਂਧੇ ਨੂੰ ਆਪਣੇ ਉੱਚਤਮ ਵਿਚਾਰਾਂ ਨਾਲ ਹੈਰਾਨ ਕੀਤਾ। ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ, ਪਰ ਉਹਨਾਂ ਨੇ ਭੁੱਖੇ ਸਾਧੂਆਂ ਨੂੰ ਭੋਜਨ ਕਰਾ ਕੇ ਸੱਚਾ ਸੌਦਾ ਕੀਤਾ।
ਆਪ ਜੀ ਦਾ ਵਿਆਹ ਬੀਬੀ ਸੁਲੱਖਣੀ ਜੀ ਨਾਲ ਹੋਇਆ ਅਤੇ ਉਹਨਾਂ ਨੇ ਦੋ ਸਪੁੱਤਰਾਂ ਨੂੰ ਜਨਮਿਆ, ਬਾਬਾ ਸ਼੍ਰੀ ਚੰਦ ਅਤੇ ਲక్ష్ਮੀ ਦਾਸ ਜੀ। ਆਪ ਜੀ ਸੁਲਤਾਨਪੁਰ ਲੋਧੀ ਆਪਣੀ ਭੈਣ ਬੇਬੇ ਨਾਨਕੀ ਜੀ ਪਾਸ ਆ ਗਏ ਅਤੇ ਨਵਾਬ ਦੇ ਮੋਦੀਖਾਨੇ ਵਿੱਚ ਨੌਕਰੀ ਕੀਤੀ। ਆਪ ਜੀ ਆਪਣੀ ਕਮਾਈ ਵਿੱਚੋਂ ਗਰੀਬਾਂ, ਸਾਧੂਆਂ, ਸੰਤਾਂ ਅਤੇ ਲੋੜਵੰਦਾਂ ਦੀ ਮਦਦ ਕਰਨ ਲੱਗੇ। ਆਪ ਜੀ ਨੂੰ ਆਪ ਜੀ ਇੱਥੇ ਨੌਕਰੀ ਹੋਊ, ਇੱਥੇ ਨੌਕਰੀ, ਓਕੇ, ਨੌਕਰੀ। ਆਪ ਜੀ ਨੌਕਰੀ ਛੱਡ ਕੇ ਚਾਰ ਦਿਸ਼ਾਵਾਂ ਦੀ ਯਾਤਰਾ ਵਿੱਚ ਨਿਕਲ ਪਏ ਅਤੇ ਉਦਾਸੀਆਂ ਵੀ ਕੀਤੀਆਂ, ਚਾਰ ਉਦਾਸੀਆਂ ਵੀ ਕੀਤੀਆਂ। ਯਾਤਰਾ ਦੌਰਾਨ ਤੁਸੀਂ ਮਨੁੱਖਤਾ ਨੂੰ ਸਾਦਾ ਜੀਵਨ ਜਿਉਣ, ਦਸਾਂ ਨਹੁੰਆਂ ਦੀ ਕਿਰਤ ਕਰਨ, ਪਰਾਇਆ ਹੱਕ ਨਾ ਮਾਰਨ ਦੇ ਉਪਦੇਸ਼, ਇਸਤਰੀ ਦਾ ਸਨਮਾਨ ਕਰਨ ਦਾ ਉਪਦੇਸ਼ ਦਿੱਤਾ। ਉਹਨਾਂ ਨੇ ਵੰਡ ਛਕਣ ਅਤੇ ਨਾਮ ਜਪਣ 'ਤੇ ਜ਼ੋਰ ਦਿੱਤਾ। ਉਹ ਹਿੰਦੂਆਂ ਦੇ ਗੁਰੂ ਅਤੇ ਮੁਸਲਮਾਨਾਂ ਦੇ ਪੀਰ ਕਹਾਏ। ਆਪ ਨੇ ਭਾਈ ਲਹਿਣਾ ਨੂੰ ਆਪਣੀ ਗੱਦੀ ਦਾ ਵਾਰਸ ਬਣਾਇਆ ਅਤੇ ਬਾਅਦ ਵਿੱਚ ਉਹਨਾਂ ਦਾ ਨਾਂ ਗੁਰੂ ਅੰਗਦ ਦੇਵ ਜੀ ਰੱਖੇ। ਕਰਤਾਰਪੁਰ ਸਾਹਿਬ ਵਿਖੇ 1539 ਈਸਵੀ ਨੂੰ ਗੁਰੂ ਜੀ ਜੋਤੀ ਜੋਤ ਸਮਾ ਗਏ। Thank you very much everyone. Have a nice day.